ਹੈਲੋ ਸਟੂਡੈਂਟਸ, ਕੱਲ੍ਹ ਆਪਾਂ ਡਿਸਕਸ ਕਰ ਲਿਆ ਸੀ ਕਿ ਰੈਡੀਕਲ ਐਕਸਿਸ ਕੀ ਆ ਐਂਡ ਤੁਹਾਨੂੰ ਕਿਹਾ ਸੀ ਪ੍ਰੂਫ ਕਰ ਲਿਓ। ਚਲੋ ਆਪਾਂ ਇਹ ਵੀ ਦੱਸਿਆ ਸੀ ਕਿ ਜੋ ਜੇ ਸਰਕਲ ਆ, ਚਲੋ ਟੂ ਸਰਕਲ ਸੇ ਆਪਾਂ ਕੀ ਫਾਈਂਡ ਕਰਨੀ ਹੈ, ਰੈਡੀਕਲ ਐਕਸਿਸ ਫਾਈਂਡ ਕਰਨੀ ਆ। ਚਲੋ ਜੇ ਸਰਕਲ ਇੰਟਰਸੈਕਟ ਕਰਦੇ ਹੋਣਗੇ ਤਾਂ ਰੈਡੀਕਲ ਐਕਸਿਸ ਉਹਨਾਂ ਦੀ ਕੀ ਆਊਗੀ, ਕਾਮਨ ਕੋਡ ਆਊਗੀ। ਜੇ ਤੁਹਾਨੂੰ ਕਦੇ ਵੀ ਪੁੱਛਿਆ ਹੋਇਆ ਕਿ ਕਾਮਨ ਕੋਡ ਫਾਈਂਡ ਕਰੋ ਟੂ ਸਰਕਲਸ ਦੀ, ਤਾਂ ਆਪਾਂ ਕੀ ਫਾਈਂਡ ਕਰਨੀ ਆ, ਉਹਦੀ ਰੈਡੀਕਲ ਐਕਸਿਸ ਫਾਈਂਡ ਕਰਨੀ ਆ। ਐਂਡ ਜੇ ਸਰਕਲ ਦੋ ਟੱਚ ਕਰ ਰਹੇ ਆ, ਜੇ ਉਹਨਾਂ ਦਾ ਕਾਮਨ ਟੇਂਜੈਂਟ ਫਾਈਂਡ ਕਰਨ ਨੂੰ ਕਹੂਗਾ ਆਪਾਂ ਨੂੰ ਕੋਈ ਕੁਐਸਚਨ, ਤਾਂ ਕਾਮਨ ਟੇਂਜੈਂਟ ਕੀ ਆਊਗਾ, ਰੈਡੀਕਲ ਐਕਸਿਸ ਜੀ ਉਹਨਾਂ ਦਾ ਕੀ ਹੋਣਾ ਵਾ, ਕਾਮਨ ਟੇਂਜੈਂਟ ਹੋਣਾ ਵਾ। ਠੀਕ ਆ, ਕਾਮਨ ਕੋਡ ਵੀ ਰੈਡੀਕਲ ਐਕਸਿਸ ਬਣੀ ਹੈ ਜੇ ਸਰਕਲ ਇੰਟਰਸੈਕਟ ਕਰ ਰਿਹਾ। ਜੇ ਸਰਕਲ ਦੋ ਟੱਚ ਕਰ ਰਿਹਾ, ਉਹਨਾਂ ਦਾ ਕਾਮਨ ਟੇਂਜੈਂਟ ਵੀ ਕੀ ਆਉਣਾ ਵਾ, ਰੈਡੀਕਲ ਐਕਸਿਸ ਆਉਣਾ ਵਾ। ਚਲੋ ਹੁਣ ਆਪਾਂ ਕੁਝ ਕੁਐਸਚਨਸ ਕਰਦੇ ਹਾਂ ਕਿ ਦੋ ਸਰਕਲ ਪ੍ਰੂਫ ਕਰਨੇ ਆ, ਦੋ ਸਰਕਲ ਕਦੋਂ ਟੱਚ ਕਰਨਗੇ ਨਾ। ਚਲੋ ਫਸਟ ਕੁਐਸਚਨ ਲਿਖੋ, ਸ਼ੋ ਦੈਟ show that the circles x square plus y square plus 2x plus 2y plus 1 is equal to 0 and second circle अपने को x square plus y square minus 4x minus 6y minus 3 is equal to 0 touch each other. Prove that the two circles touch each other and also find their point of contact. Prove that these two circles touch each other and also find the point of contact and equation of tangent. ਚਲੋ ਹੁਣ ਦੇਖੋ ਆਪਾਂ ਕਿਵੇਂ ਪ੍ਰੂਫ ਕਰਨਾ ਕਿ ਦੋਨੋਂ ਸਰਕਲ ਕੀ ਕਰ ਰਹੇ ਆ, ਟੱਚ ਕਰ ਰਹੇ ਆ। ਸਭ ਤੋਂ ਪਹਿਲਾਂ ਤੁਸੀਂ ਕੀ ਫਾਈਂਡ ਕਰਨੀ ਹੈ, ਇਕੁਏਸ਼ਨ ਆਫ ਰੈਡੀਕਲ ਐਕਸਿਸ ਫਾਈਂਡ ਕਰਨੀ ਹੈ। 1 ਚੋਂ ਕੀ ਕਰ ਦੇਣਾ, ਸੈਕੰਡ ਨੂੰ ਸਬਟ੍ਰੈਕਟ ਕਰ ਦੇਣਾ। ਚਲੋ 1 ਚੋਂ ਸੈਕੰਡ ਨੂੰ ਸਬਟ੍ਰੈਕਟ ਕਰੋਗੇ, ਕੀ ਆ ਗਿਆ 6x plus 8y plus 4 is equal to 0. थोड़ा सिंप्लीफाई करेंगे, 3x plus 4y plus 2 is equal to 0. ਇਹਨੂੰ ਨੰਬਰ ਕੱਢ ਦੇਣੇ ਆ। ਆਪਣੇ ਕੋਲ ਕੀ ਆ ਗਈ, ਇਕੁਏਸ਼ਨ ਆਫ ਰੈਡੀਕਲ ਐਕਸਿਸ ਆ ਗਈ। ਆਪਾਂ ਕਿਹਾ ਸੀ, ਕੱਲ ਕੀਤਾ ਸੀ ਕਿ ਰੈਡੀਕਲ ਐਕਸਿਸ ਆਪਾਂ ਕਿਵੇਂ ਫਾਈਂਡ ਕਰਨੀ ਆ, ਦੋਨੋਂ ਸਰਕਲ ਨੂੰ ਕੀ ਕਰ ਦੇਣਾ, ਮੈਂ ਸਬਟ੍ਰੈਕਟ ਕਰ ਦੇਣਾ। ਦੋਨੋਂ ਸਰਕਲ ਨੂੰ ਸਬਟ੍ਰੈਕਟ ਕੀਤਾ, ਬਟ ਸਬਟ੍ਰੈਕਟ ਕਰਨ ਤੋਂ ਪਹਿਲਾਂ ਧਿਆਨ ਰੱਖਣਾ ਕਿ ਕੋਐਫੀਸ਼ੀਐਂਟ ਆਫ x ਸਕੁਅਰ ਤੇ y ਸਕੁਅਰ ਇਜ਼ ਇਕੁਅਲ ਟੂ 1 ਹੋਣੀ ਚਾਹੀਦੀ ਹੈ। ਦੋਨੋਂ ਸਰਕਲ ਨੂੰ ਸਬਟ੍ਰੈਕਟ ਕੀਤਾ, ਆਪਣੇ ਕੋਲ ਕੀ ਆ ਗਈ, ਇਕੁਏਸ਼ਨ ਆਫ ਰੈਡੀਕਲ ਐਕਸਿਸ ਆ ਗਈ। ਹੁਣ ਆਪਾਂ ਸ਼ੋਅ ਕਰਨਾ ਦੋਨੋਂ ਸਰਕਲ ਕੀ ਕਰ ਰਹੇ ਆ, ਟੱਚ ਕਰ ਰਹੇ ਆ। ਚਲੋ ਜਦੋਂ ਤੁਹਾਡੇ ਕੋਲ ਰੈਡੀਕਲ ਐਕਸਿਸ ਦੀ ਇਕੁਏਸ਼ਨ ਆ ਗਈ, ਫਿਰ ਤੁਸੀਂ ਕੀ ਕਰਨਾ, ਪ੍ਰੂਫ ਕਰ ਦੇਣਾ ਕਿ ਜਿਹੜੀ ਰੈਡੀਕਲ ਐਕਸਿਸ ਆ ਕਿਸੇ ਇੱਕ ਸਰਕਲ ਨੂੰ ਕੀ ਕਰ ਰਹੀ ਆ, ਟੱਚ ਕਰ ਰਹੀ ਆ। ਕਿਸੇ ਵੀ ਸਰਕਲ ਨੂੰ ਟੱਚ ਕਰਾ ਦਿਓ, ਚਾਹੇ ਜਿਹੜਾ ਤੁਹਾਨੂੰ ਬਹੁਤ ਸਿੰਪਲ ਲੱਗਦਾ, ਚਾਹੇ ਪ੍ਰੂਫ ਕਰਾ ਦਿਓ ਕਿ ਰੈਡੀਕਲ ਐਕਸਿਸ ਫਸਟ ਨੂੰ ਟੱਚ ਕਰ ਰਹੀ ਹੈ, ਜਾਂ ਪ੍ਰੂਫ ਕਰਾ ਦਿਓ ਰੈਡੀਕਲ ਐਕਸਿਸ ਸੈਕੰਡ ਨੂੰ ਕੀ ਕਰ ਰਹੀ ਹੈ, ਟੱਚ ਕਰ ਰਹੀ ਹੈ। ਠੀਕ ਹੈ, ਜੇ ਰੈਡੀਕਲ ਐਕਸਿਸ ਦੋਨਾਂ ਚੋਂ ਕਿਸੇ ਇੱਕ ਸਰਕਲ ਨੂੰ ਟੱਚ ਕਰ ਗਈ, ਇਹਦਾ ਮਤਲਬ ਕੀ ਆ, ਉਹ ਦੂਸਰੇ ਨੂੰ ਵੀ ਟੱਚ ਕਰੂਗੀ। ਜ਼ਰੂਰੀ ਆ, ਉਹ ਜ਼ਰੂਰ ਦੂਸਰੇ ਨੂੰ ਕੀ ਕਰੂਗੀ, ਟੱਚ ਕਰੂਗੀ। ਐਂਡ ਇੱਥੋਂ ਆਪਣੇ ਕੋਲ ਕੀ ਆ ਜਾਏਗਾ ਕਿ ਦੋਨੋਂ ਸਰਕਲ ਕੀ ਕਰ ਰਹੇ ਆ, ਇੱਕ ਦੂਸਰੇ ਨੂੰ ਟੱਚ ਕਰ ਰਹੇ ਆ। ਆਪਾਂ ਪੁਆਇੰਟ ਆਫ ਕੰਟੈਕਟ ਵੀ ਫਾਈਂਡ ਕਰਨਾ ਵਾ। ਚਲੋ ਉਹਦੇ ਲਈ ਆਪਾਂ ਇਹਨੂੰ ਰੈਡੀਕਲ ਐਕਸਿਸ ਤੋਂ ਆਪਾਂ y ਦੀ ਵੈਲਿਊ ਫਾਈਂਡ ਕਰ ਲੈਂਦੇ ਆ। ਰੈਡੀਕਲ ਐਕਸਿਸ ਤੋਂ y ਦੀ ਵੈਲਿਊ ਕਿੰਨੀ ਆ ਗਈ, -3x + 2y 4। ਚਲੋ ਆਪਾਂ ਪ੍ਰੂਫ ਕਰਾਉਂਦੇ ਆ ਕਿ ਰੈਡੀਕਲ ਐਕਸਿਸ ਐਨੀ ਵਨ ਆਫ ਦਾ ਸਰਕਲ ਨੂੰ ਕੀ ਕਰ ਰਹੀ ਆ, ਟੱਚ ਕਰ ਰਹੀ ਆ। ਚਲੋ ਕਿਸੇ ਇੱਕ 'ਚ ਪੁੱਟ ਕਰ ਲਓ। ਚਲੋ ਆਪਾਂ ਫਸਟ ਤੋਂ ਕਰ ਲੈਂਦੇ ਆ, ਪੁੱਟ ਇਨ ਵਨ। ਆਪਾਂ ਰੈਡੀਕਲ ਐਕਸਿਸ ਤੋਂ y ਦੀ ਵੈਲਿਊ ਫਾਈਂਡ ਕੀਤੀ ਐਂਡ ਫਸਟ ਸਰਕਲ 'ਚ ਪੁੱਟ ਕਰਦੇ ਆ। ਮੀਨਸ ਆਪਾਂ ਕੀ ਫਾਈਂਡ ਕਰ ਰਹੇ ਆ, ਰੈਡੀਕਲ ਐਕਸਿਸ ਦੀ ਕਿਸੇ ਇੱਕ ਸਰਕਲ ਨਾਲ ਪੁਆਇੰਟ ਆਫ ਇੰਟਰਸੈਕਸ਼ਨ ਫਾਈਂਡ ਕਰ ਰਹੇ ਆ। ਜੇ ਇੰਟਰਸੈਕਸ਼ਨ ਦੇ ਆਪਾਂ ਕਹੇ ਹੋਏ ਆ ਕਿ ਕੋਈ ਲਾਈਨ ਦੀ ਸਰਕਲ ਨਾਲ ਜੇ ਇੰਟਰਸੈਕਸ਼ਨ ਫਾਈਂਡ ਕਰੋਗੇ, ਜੇ ਇੰਟਰਸੈਕਸ਼ਨ ਦਾ ਇੱਕੋ ਹੀ ਪੁਆਇੰਟ ਆਇਆ, ਉਹਨੂੰ ਕੀ ਕਰੂਗੀ, ਟੱਚ ਕਰੂਗੀ। ਠੀਕ ਹੈ, ਉਹ ਕੰਡੀਸ਼ਨ ਆਪਾਂ ਲਗਾ ਰਹੇ ਹਾਂ। ਜਾਂ ਤੁਸੀਂ ਦੂਸਰੀ ਕੰਡੀਸ਼ਨ ਵੀ ਲਾ ਸਕਦੇ ਸੀ ਕਿ ਲਾਈਨ ਤੋਂ ਸਰਕਲ ਦੇ ਸੈਂਟਰ ਦੀ ਪਰਪੈਂਡੀਕੂਲਰ ਡਿਸਟੈਂਸ ਆਪਣੇ ਕੋਲ ਕਿਹਦੇ ਇੱਕ ਹੋਣੀ ਚਾਹੀਦੀ ਸੀ, ਰੇਡੀਅਸ। ਬਟ ਆਪਾਂ ਪੁਆਇੰਟ ਆਫ ਕੰਟੈਕਟ ਵੀ ਫਾਈਂਡ ਕਰਨਾ ਸੀ, ਇਸੇ ਕਰਕੇ ਆਪਾਂ ਆਹ ਵਾਲਾ ਮੈਥਡ ਅਪਲਾਈ ਕਰ ਰਹੇ ਹਾਂ। ਲਾਈਨ ਆ ਰੈਡੀਕਲ ਐਕਸਿਸ ਤੋਂ y ਦੀ ਵੈਲਿਊ ਫਾਈਂਡ ਕੀਤੀ, ਫਸਟ ਸਰਕਲ 'ਚ ਪੁੱਟ ਕੀਤੀ। ਚਲੋ ਫਸਟ ਸਰਕਲ 'ਚ ਪੁੱਟ ਕਰ ਦਿਓ, ਕੀ ਆ ਜਾਊਗਾ, ਫਸਟ ਸਰਕਲ 'ਚ ਪੁੱਟ ਕਰਤੇ x ਸਕੁਅਰ। ਚਲੋ y ਦੀ ਵੈਲਿਊ ਕਿੰਨੀ ਆ, -3xy 2y 4 ਦਾ ਸਕੁਅਰ ਪਲੱਸ 2x ਪਲੱਸ 2 ਇੰਟੂ y ਦੀ ਵੈਲਿਊ -3x ਮਾਈਨਸ ਪਲੱਸ 1 ਇਜ਼ ਇਕੁਅਲ ਟੂ 0। ਚਲੋ ਆਪਾਂ 1 'ਚ ਪੁੱਟ ਕਰਤੀ y ਦੀ ਵੈਲਿਊ। ਚਲੋ ਹੁਣ ਇਹਨੂੰ ਸੋਲਵ ਕਰ ਲਓ, ਸਾਰੀ ਇਕੁਏਸ਼ਨ ਇਨ ਟਰਮ ਆਫ x ਆ ਗਈ। ਇਹਨੂੰ ਸੋਲਵ ਕਰੋਗੇ, ਆਪਣੇ ਕੋਲੇ ਕੀ ਬਣ ਜਾਣਾ ਸੋਲਵ ਕਰਨ ਤੋਂ ਬਾਅਦ, 25x ਸਕੁਅਰ ਪਲੱਸ 20x plus 4 is equal to 0। एक क्वाड्रेटिक इक्वेशन आ गई।
ਤੁਸੀਂ ਇਹਨੂੰ ਸੋਲਵ ਕਰ ਲਿਓ ਕੁਆਡਰੇਟਿਕ ਇਕੁਏਸ਼ਨ ਨੂੰ। x ਦੀਆਂ ਵੈਲਿਊਜ਼ ਆ ਜਾਣਗੀਆਂ, x ਦੀ ਵੈਲਿਊਜ਼ ਕੀ ਆ ਜਾਣਗੀਆਂ ਦੋਨੋਂ -2/5 ਐਂਡ -2/5। ਆਪਾਂ ਕੀ ਕੀਤਾ, ਫਸਟ ਸਰਕਲ ਨਾਲ ਰੈਡੀਕਲ ਐਕਸਿਸ ਦੀ ਇੰਟਰਸੈਕਸ਼ਨ ਫਾਈਂਡ ਕੀਤੀ, ਉੱਥੋਂ x ਦੀਆਂ ਵੈਲਿਊਜ਼ ਸੇਮ ਆ ਗਈਆਂ, ਇਹਦੇ ਕੋਰਸਪੋਂਡਿੰਗ y ਦੀਆਂ ਵੈਲਿਊ ਫਾਈਂਡ ਕਰਦੇ ਹੋ। ਜੋ ਆਪਾਂ y ਦੀ ਵੈਲਿਊ ਪੁੱਟ ਕਰਦੇ ਹੋ, ਇੱਥੇ y ਦੀਆਂ ਵੈਲਿਊਜ਼ ਫਾਈਂਡ ਕਰ ਲਿਓ, x ਦੀਆਂ ਵੈਲਿਊਜ਼ ਪੁੱਟ ਕਰਕੇ y ਦੀਆਂ ਵੈਲਿਊਜ਼ ਕੀ ਆ ਜਾਣਗੀਆਂ -1/5 -1/5। ਚਲੋ ਆਪਾਂ ਫਸਟ ਸਰਕਲ ਤੇ ਰੈਡੀਕਲ ਐਕਸਿਸ ਦਾ ਕੀ ਕੀਤਾ, ਇੰਟਰਸੈਕਸ਼ਨ ਫਾਈਂਡ ਕਰ ਲਈ। ਆਪਣੇ ਕੋਲੇ ਪੁਆਇੰਟ ਆਫ ਕੰਟੈਕਟ ਕੀ ਆ ਗਿਆ, ਸੇਮ ਆ ਗਿਆ। ਇਹਦਾ ਮਤਲਬ ਕੀ ਆ ਗਿਆ ਕਿ ਜੋ ਰੈਡੀਕਲ ਐਕਸਿਸ ਆ ਉਹ ਸਰਕਲ 1 ਨੂੰ ਕੀ ਕਰ ਰਹੀ ਆ, ਟੱਚ ਕਰ ਰਹੀ ਆ। ਇੱਥੋਂ ਆਪਣੇ ਕੋਲ ਇੱਕੋ ਹੀ ਪੁਆਇੰਟ ਆਇਆ, ਕਿਹੜਾ ਪੁਆਇੰਟ ਆਇਆ -2, 2/5, -1,5, ਦੋਨੋਂ ਪੁਆਇੰਟ ਸੇਮ ਆ ਗਏ। ਜੋ ਆਪਾਂ ਨੂੰ ਪਤਾ ਕਿ ਇੰਟਰਸੈਕਸ਼ਨ ਦੇ ਦੋਨੋਂ ਪੁਆਇੰਟ ਸੇਮ ਆ ਜਾਣ ਤਾਂ ਲਾਈਨ ਸਰਕਲ ਨੂੰ ਕੀ ਕਰ ਜਾਂਦੀ ਹੁੰਦੀ ਆ, ਟੱਚ ਕਰ ਜਾਂਦੀ ਹੁੰਦੀ ਆ। ਚਲੋ ਇੱਥੋਂ ਆਪਣੇ ਕੋਲ ਕੀ ਆ ਗਿਆ ਕਿ ਰੈਡੀਕਲ ਐਕਸਿਸ ਟੱਚ ਦਾ ਸਰਕਲ 1। ਇਟ ਮੀਨ ਉਹ ਕਿਹਨੂੰ ਟੱਚ ਕਰੂਗੀ, ਇਟ ਟੱਚਸ ਦਾ ਸਰਕਲ ਸੈਕੰਡ। ਜੇ ਫਸਟ ਨੂੰ ਟੱਚ ਕਰੇਗੀ ਤਾਂ ਮਤਲਬ ਸੈਕੰਡ ਨੂੰ ਵੀ ਕੀ ਕਰੂਗੀ, ਟੱਚ ਕਰੂਗੀ। ਭਾਵੇਂ ਤੁਸੀਂ ਪ੍ਰੂਫ ਕਰਨਾ ਪ੍ਰੂਫ ਕਰ ਲਿਓ, ਠੀਕ ਹੈ। ਜੇ ਤੁਸੀਂ ਦੁਬਾਰਾ ਪ੍ਰੂਫ ਕਰਨਾ, ਚਲੋ ਆਪਾਂ ਫਸਟ ਨੂੰ ਤਾਂ ਪ੍ਰੂਫ ਕਰਾਦਾ, ਫਸਟ ਨੂੰ ਟੱਚ ਕਰ ਰਹੀ ਆ। ਤੁਸੀਂ ਸਿਮਿਲਰਲੀ ਪ੍ਰੂਫ ਕਰ ਸਕਦੇ ਹੋ ਕਿ ਜੋ ਰੈਡੀਕਲ ਐਕਸਿਸ ਆ ਉਹ ਸੈਕੰਡ ਨੂੰ ਵੀ ਕੀ ਕਰੂਗੀ, ਟੱਚ ਕਰੂਗੀ। ਤੁਸੀਂ ਪ੍ਰੂਫ ਕਰਾ ਹੀ ਲਿਓ, ਠੀਕ ਹੈ। ਪ੍ਰੂਫ ਕਰਾ ਲਿਓ ਕਿ ਰੈਡੀਕਲ ਐਕਸਿਸ ਫਸਟ ਨੂੰ ਵੀ ਟੱਚ ਕਰ ਰਹੀ ਹੈ ਐਂਡ ਸਿਮਿਲਰਲੀ ਸੈਕੰਡ ਨੂੰ ਵੀ ਟੱਚ ਕਰ ਰਹੀ ਆ। ਜੇ ਇੱਕ ਕਰਾਉਣਾ, ਮੈਂ ਇੱਕੋ ਹੀ ਕੀਤਾ, ਇੱਕੋ ਹੀ ਛੱਡ ਦਿਓ ਭਾਵੇਂ, ਉਹ ਪੱਕਾ ਹੀ ਟੱਚ ਕਰੂਗੀ ਸੈਕੰਡ ਸਰਕਲ ਨੂੰ। ਰੈਡੀਕਲ ਐਕਸਿਸ ਸੈਕੰਡ ਸਰਕਲ ਨੂੰ ਵੀ ਕੀ ਕਰ ਜੂਗੀ, ਟੱਚ ਕਰ ਜੂਗੀ। ਲਾਈਨ ਆਈ ਸੀ ਉਹ ਫਸਟ ਸਰਕਲ ਨੂੰ ਵੀ ਟੱਚ ਕਰ ਰਹੀ ਹੈ, ਸੈਕੰਡ ਸਰਕਲ ਨੂੰ ਵੀ ਟੱਚ ਕਰ ਰਹੀ ਆ। ਇਹਦਾ ਮਤਲਬ ਕੀ ਹੋ ਗਿਆ, 1 and 2 ਟੱਚ ਈਚ ਅਦਰ। ਇਹਦਾ ਮਤਲਬ ਦੋਨੋਂ ਸਰਕਲ ਵੀ ਆਪਸ ਵਿੱਚ ਕੀ ਕਰਨਗੇ, ਟੱਚ ਕਰਨਗੇ। ਕਿਹੜੇ ਪੁਆਇੰਟ ਤੇ, ਜਿਹੜੇ ਪੁਆਇੰਟ ਤੇ ਰੈਡੀਕਲ ਐਕਸਿਸ ਟੱਚ ਕਰ ਰਹੀ ਸੀ ਸਰਕਲ ਨੂੰ, ਠੀਕ ਹੈ। ਕਿਹੜੇ ਪੁਆਇੰਟ ਤੇ ਟੱਚ ਕਰਨਗੇ, ਜਿਹੜੇ ਪੁਆਇੰਟ ਤੇ ਰੈਡੀਕਲ ਐਕਸਿਸ ਨੇ ਸਰਕਲ ਨੂੰ ਕੀ ਕੀਤਾ ਸੀ, ਟੱਚ ਕੀਤਾ ਸੀ। ਇਹਦਾ ਮਤਲਬ ਆ ਆਪਣੇ ਕੋਲੇ ਕੀ ਆ ਗਿਆ, ਪੁਆਇੰਟ ਆਫ ਕੰਟੈਕਟ ਆ ਗਿਆ, ਠੀਕ ਹੈ। ਜੋ ਆ ਪੁਆਇੰਟ ਆਇਆ ਸੀ, ਕੀ ਆਇਆ ਸੀ, ਰੈਡੀਕਲ ਐਕਸਿਸ ਤੇ ਸਰਕਲ ਦਾ ਪੁਆਇੰਟ ਆਫ ਕੰਟੈਕਟ ਆਇਆ ਸੀ। ਇਹਦਾ ਮਤਲਬ ਇਹ ਰੈਡੀਕਲ ਐਕਸਿਸ ਇੱਕ ਸਰਕਲ ਨੂੰ ਟੱਚ ਕਰ ਰਹੀ ਹੈ, ਸਿਮਿਲਰਲੀ ਪ੍ਰੂਫ ਕਰਾ ਦਿਓ ਸੈਕੰਡ ਸਰਕਲ ਨੂੰ ਵੀ ਟੱਚ ਕਰ ਰਹੀ ਆ। ਜੋ ਪ੍ਰੂਫ ਕਰਾਉਂਗੇ ਕਿ ਸੈਕੰਡ ਸਰਕਲ ਨੂੰ ਟੱਚ ਕਰ ਰਹੀ ਹੈ, ਉਦੋਂ ਵੀ ਕਾਮਨ ਆਹੀ ਪੁਆਇੰਟ ਆਇਆ ਹੈ। ਜਦੋਂ ਸੈਕੰਡ ਨੂੰ ਪ੍ਰੂਫ ਕਰਾਉਂਗੇ ਕਿ ਰੈਡੀਕਲ ਐਕਸਿਸ ਸੈਕੰਡ ਸਰਕਲ ਨੂੰ ਵੀ ਟੱਚ ਕਰ ਰਹੀ ਆ, ਉਹ ਸੇਮ ਪੁਆਇੰਟ ਤੇ ਟੱਚ ਕਰੂਗੀ ਜਿਹੜਾ ਪੁਆਇੰਟ ਆਇਆ -2,5, -1/5, -2/5, -1/5, ਠੀਕ ਹੈ। ਪ੍ਰੂਫ ਕਰਾ ਲਿਓ ਕਿ ਰੈਡੀਕਲ ਐਕਸਿਸ ਸੈਕੰਡ ਸਰਕਲ ਨੂੰ ਵੀ ਸੇਮ ਪੁਆਇੰਟ ਤੇ ਟੱਚ ਕਰ ਰਹੀ ਹੈ। ਇਹਦਾ ਮਤਲਬ ਇੱਕ ਲਾਈਨ ਹੈ ਦੋਨੋਂ ਸਰਕਲ ਨੂੰ ਟੱਚ ਕਰ ਰਹੀ ਹੈ। ਇਹਦਾ ਮਤਲਬ ਕੀ ਹੋ ਗਿਆ ਕਿ ਦੋਨੋਂ ਸਰਕਲ ਵੀ ਆਪਸ 'ਚ ਕੀ ਕਰਦੇ ਹੋਣਗੇ, ਟੱਚ ਕਰਦੇ ਹੋਣਗੇ। ਜੋ ਐਂਡ ਕਿਹੜੇ ਪੁਆਇੰਟ ਤੇ ਟੱਚ ਕਰਨਗੇ, ਜੋ ਕਾਮਨ ਪੁਆਇੰਟ ਆਇਆ -2/5, -1/5। ਚਲੋ ਐਂਡ ਪਹਿਲੇ ਐਂਡ ਇਕੁਏਸ਼ਨ ਆਫ ਟੈਂਜੈਂਟ ਤੁਹਾਨੂੰ ਪਹਿਲੇ ਹੀ ਦੱਸੀ ਆ ਕਿ ਰੈਡੀਕਲ ਐਕਸਿਸ ਕੀ ਹੋਣਾ, ਦੋਨਾਂ ਦਾ ਕਾਮਨ ਟੈਂਜੈਂਟ ਹੋਊਗਾ। ਕਿਹੜੇ ਪੁਆਇੰਟ ਤੇ, -2/5, -1/5 ਤੇ। ਠੀਕ ਹੈ। ਇੱਥੋਂ ਤੁਸੀਂ ਫਾਈਂਡ ਕਰ ਸਕਦੇ ਹੋ ਕਿ ਦੋ ਸਰਕਲ ਕੀ ਕਰ ਰਿਹਾ, ਟੱਚ ਕਰ ਰਿਹਾ, ਠੀਕ ਹੈ। ਮੈਥਡ ਆ ਪ੍ਰੂਫ ਕਰਨ ਦਾ ਕਿ ਦੋ ਸਰਕਲ ਕੀ ਕਰ ਰਹੇ ਆ, ਇੱਕ ਦੂਸਰੇ ਨੂੰ ਟੱਚ ਕਰ ਰਹੇ ਆ, ਠੀਕ ਹੈ। ਰੈਡੀਕਲ ਐਕਸਿਸ ਫਾਈਂਡ ਕਰੋ ਐਂਡ ਪ੍ਰੂਫ ਕਰ ਦਿਓ ਕਿ ਰੈਡੀਕਲ ਐਕਸਿਸ ਕਿਸੇ ਇੱਕ ਸਰਕਲ ਨੂੰ ਕੀ ਕਰ ਰਹੀ ਆ, ਟੱਚ ਕਰ ਰਹੀ ਹੈ। ਉੱਥੋਂ ਆ ਜਾਊਗਾ ਜੇ ਰੈਡੀਕਲ ਐਕਸਿਸ ਕਿਸੇ ਇੱਕ ਸਰਕਲ ਨੂੰ ਟੱਚ ਕਰ ਗਈ, ਉੱਥੋਂ ਇਹ ਆ ਜਾਊਗਾ ਕਿ ਦੋਨੋਂ ਸਰਕਲ ਆਪਸ 'ਚ ਕੀ ਕਰ ਰਹੇ ਆ, ਟੱਚ ਕਰ ਰਹੇ ਆ। ਜੇ ਟੱਚ ਨਹੀਂ ਕਰੂ, ਜੇ ਤੋਂ ਦੋ ਡਿਫਰੈਂਟ ਪੁਆਇੰਟ ਆ ਜਾਂਦੇ ਫਿਰ ਉਹਨੇ ਕਾਮਨ ਕੋਡ ਬਣ ਜਾਣਾ ਸੀ ਦੋਨੋਂ ਸਰਕਲ ਦੀ, ਠੀਕ ਹੈ। ਇੱਥੋਂ ਆਪਣੇ ਕੋਲ ਇੰਟਰਸੈਕਸ਼ਨ ਦਾ ਪੁਆਇੰਟ ਇੱਕੋ ਹੀ ਆਇਆ, ਜੇ ਦੋ ਡਿਫਰੈਂਟ ਪੁਆਇੰਟ ਆ ਜਾਂਦੇ ਫਿਰ ਉਹਨੇ ਕੀ ਬਣ ਜਾਣਾ ਸੀ, ਕਾਮਨ ਕੋਡ ਬਣ ਜਾਣਾ ਸੀ। ਇਹ ਤਾਂ ਅਸੀਂ ਆਪਾਂ ਪ੍ਰੂਫ ਕਰਨਾ ਕਿ ਦੋ ਸਰਕਲ ਕੀ ਹੋ ਗਏ ਸੀ, ਟੱਚ ਕਰ ਰਹੇ ਸੀ ਇੱਕ ਦੂਸਰੇ ਨੂੰ। ਹੁਣ ਨੈਕਸਟ ਆ, ਜਾਂ ਤਾਂ ਐਕਸਟਰਨਲੀ ਟੱਚ ਕਰ ਸਕਦੇ ਆ, ਦੋ ਸਰਕਲ ਜਾਂ ਤਾਂ ਐਕਸਟਰਨਲੀ ਟੱਚ ਕਰ ਸਕਦੇ ਆ ਜਾਂ ਇੰਟਰਨਲੀ ਟੱਚ ਕਰ ਸਕਦੇ ਆ। ਦੋ ਸਰਕਲ ਜਾਂ ਐਕਸਟਰਨਲੀ ਟੱਚ ਕਰ ਸਕਦੇ ਆ ਜਾਂ ਇੰਟਰਨਲੀ ਟੱਚ ਕਰ ਸਕਦੇ ਆ, ਜਾਂ ਇੰਟਰਨਲੀ।
ਹੁਣ दो सर्कल चलो टच करने की कंडीशन आप फाइंड कर ली, वो मेरी रहनी है कि दो सर्कल कदों टच करनगे जो रेडिकल एक्सिस कॉमन टेंजेंट बन जूगी ना। चलो वो आप पहला क्वेश्चन कर लो। तो आ सपोज सर्कल 1 है सेंटर C1 है, सर्कल सेकंड है सेंटर कितना C2 है। चलो ये एक्सटर्नली कदों टच करनगे, तो सपोज कर लो P पॉइंट ते की कर रहे हैं, एक्सटर्नली टच कर रहे हैं। चलो एंड सपोज कर लो फर्स्ट सर्कल दा रेडियस कितना R1 है, सेकंड दा रेडियस कितना वा R2 है। चलो ये एक्सटर्नली कदों टच करनगे इफ डिस्टेंस बिटवीन सेंटर इज इक्वल टू सम ऑफ देयर रेडियस बन जूगी। ठीक है, कोई दो सर्कल एक्सटर्नली कदों टच करनगे जो डिस्टेंस बिटवीन सेंटर की इक्वल आ जाऊगी डिस्टेंस बिटवीन देयर रेडियस आ जाएगी, सॉरी डिस्टेंस बिटवीन देयर सेंटर की इक्वल आ जाऊगी सम ऑफ देयर रेडियस होगी। कि दोनों सर्कल सी C1 C2 ना सेंटर सी, दोनों सेंटर च डिस्टेंस फाइंड की, जिस वो डिस्टेंस की इक्वल आ गई सम ऑफ रेडियस बन गई, देन की अपने को एक्सटर्नली टच कर लिया। चलो नेक्स्ट इंटरनली, तो सपोज कर लो एक दा सेंटर C1 आ फर्स्ट सर्कल दा, एक सर्कल दा सेंटर कितना वा C2 आ एंड P पॉइंट ते टच कर रहा, एक दा रेडियस अपने कोले R1 आ, सेकंड सर्कल दा रेडियस कितना वा R2 आ। ठीक है, इंटरनली कदों टच करनगे इफ डिस्टेंस बिटवीन देयर सेंटर, इफ डिस्टेंस बिटवीन देयर सेंटर इज इक्वल टू डिफरेंस ऑफ देयर रेडियस, इज इक्वल टू डिफरेंस ऑफ देयर रेडियस। आ मैं मोड़ ता पाया डिस्टेंस की गल कर रहा, डिस्टेंस ऑलवेज पॉजिटिव रहनी है ना। ठीक है, मैनू इतने पता नहीं R1 ग्रेटर या R2 ता करके मैं मोड़ पाता। ठीक है, इंटरनली कदों टच करनगे जो डिस्टेंस बिटवीन सेंटर की इक्वल आ जाऊगी डिफरेंस ऑफ देयर रेडियस आ जाऊगी। चलो जी आ कंडीशन हो रही है, होल्ड हो रही है, इंटरनली टच करनगे, जी आ कंडीशन होल्ड हो रही है तो वो एक्सटर्नली की करनगे टच कर जाएंगे। हुण इहदे नाल रिलेटेड आपां क्वेश्चंस करते हैं। चलो show that the circles show that the circles 1 and 2 and equations देखते हैं। show that the circle touch each other internally, show that the circle touch each other internally, find their point of contact, show that the circle touch each other internally, find the point of contact and the common tangent, find the point of contact and common tangent। ਜਿਹੜਾ ਪਿੱਛੇ ਵਾਲਾ ਕੁਐਸਚਨ ਸੀ ਉਹਨੂੰ ਕਰਨ ਦਾ ਇੱਕ ਜੋ ਪਹਿਲਾ ਕੁਐਸਚਨ ਕੀਤਾ ਉਹਨੂੰ ਕਰਨ ਦਾ ਇੱਕ ਹੋਰ ਵੇ ਆ, ਉਹ ਚ ਆਪਾਂ ਨੂੰ ਪੁੱਛਿਆ ਨਹੀਂ ਸੀ ਇੰਟਰਨਲੀ ਐਕਸਟਰਨਲੀ, ਆਪਾਂ ਆਪਣੇ ਕੋਲੋਂ ਦੱਸ ਸਕਦੇ ਹਾਂ ਉਸ ਕੁਐਸਚਨ ਚ ਕਿ ਐਕਸਟਰਨਲੀ ਟੱਚ ਕਰ ਰਿਹਾ ਜਾਂ ਇੰਟਰਨਲੀ। ਹੁਣ ਇਹ ਚ ਆਪਾਂ ਸ਼ੋ ਕਰਨਾ ਕਿ ਕੀ ਕਰ ਰਿਹਾ ਹੈ, ਇੰਟਰਨਲੀ ਟੱਚ ਕਰ ਰਿਹਾ। ਜੋ ਪਹਿਲਾਂ ਫਸਟ ਸਰਕਲ ਦਾ ਸੈਂਟਰ ਲਿਖੋ ਕਿੰਨਾ ਆ ਗਿਆ, ਸਰਕਲ 1 ਦੇ ਸੈਂਟਰ ਨੂੰ C1 ਨਾਲ ਨੋਟ ਕਰ ਦਿੰਦੇ ਆ, ਸੈਂਟਰ ਕਿੰਨਾ ਆ ਗਿਆ -1, 1,2 ਆ ਗਿਆ ਐਂਡ ਰੇਡੀਅਸ ਨੂੰ R1 ਨਾਲ ਨੋਟ ਕਰ ਦਿੰਦੇ ਆ ਫਸਟ ਸਰਕਲ ਦੇ ਨੂੰ, ਫਸਟ ਸਰਕਲ ਦਾ ਰੇਡੀਅਸ ਕਿੰਨਾ ਆ ਗਿਆ ਫਾਈਂਡ ਕਰ ਲਿਓ 5 ਆ ਗਿਆ। ठीक है, सैकंड में हम C2 एंड R2 ਨਾਲ ਨੋਟ ਕਰ ਦਿੰਦੇ ਆ। ਸੈਕੰਡ ਸਰਕਲ ਦਾ ਸੈਂਟਰ ਕਿੰਨਾ ਆ ਗਿਆ ਆਪਣੇ ਕੋਲੇ -3, -1 ਐਂਡ ਰੇਡੀਅਸ R2, तो रेडियस फाइंड करो कितना आ गया अपने को 10 आ गया। ठीक है, दोनों सर्कल के सेंटर फाइंड कर लिए। चलो हुण आपां देखते हैं C1 ते C2 सब तो पहले की फाइंड करते हैं, आपां डिस्टेंस फाइंड करते हैं। C1 एंड C2 च आपां की फाइंड करते हैं डिस्टेंस। चलो C1 ते C2 च डिस्टेंस फाइंड करो की आएगी 1 + 3 + 2 + 1 + 4 16 5 आ गई ना अपने को। इन्हों सॉल्व कर लो C1 ते C2 च डिस्टेंस अपने को कितनी आ गई 5 आ गई। हुण इतो चेक करो C1 C2 की डिस्टेंस किहदे इक्वल आ रही है, ਇਹਦਾ मतलब की आ गया जो डिस्टेंस आई है 5 आई है, 5 किहदे इक्वल आ रहा R2 - R1 ਦੇ इक्वल आ रहा, वो 5 किहदे इक्वल आ रहा डिस्टेंस बिटवीन C1 एंड C2 किहदे इक्वल आ रही है
डिफरेंस ऑफ R1 एंड R2 कितना आ रहा सी डिफरेंस ऑफ R1 R2 5। चलो हो गया अपने को प्रूफ हो गया। जो डिस्टेंस बिटवीन सेंटर की इक्वल आ जाएगी डिफरेंस ऑफ रेडियस आ गई ਇਹਦਾ मतलब सर्कल की करनगे इंटरनली टच कर देंगे ਇਹਦਾ मतलब सर्कल की कर देंगे अपने को इंटरनली टच कर देंगे। सर्कल अपने को की करके इंटरनली टच कर देना। सपोज कर लो कि पॉइंट के टच की केस P पॉइंट की ना एक का सेंटर C1 सी एक का सेंटर C2 सी एक का रेडियस R1 सी दूसरे का रेडियस कितना सी R2 सी जो मर्जी हुण आपां पॉइंट P फाइंड करना। चलो देखो पॉइंट P किवें फाइंड करना होगा। हुण जिहड़ा पॉइंट P आ सपोज कर लो P के कोआर्डीनेट की आ x, y है। आप पॉइंट ऑफ कांटेक्ट फाइंड करना। सपोज कर लो इस पॉइंट के कोआर्डीनेट की आ P, x, y है। चलो हुण जिहड़ा पॉइंट अपने कोले P ये जिहड़े दोनों C1 ते C2 आए आ अपने कोले सेंटर फर्स्ट सर्कल का सेंटर सी या सेकंड सर्कल का सेंटर सीगा। अब प्रूफ करता दोनों च जो डिस्टेंस आ कि इक्वल आ रही है डिफरेंस ऑफ रेडियस है देयरफॉर इंटरनली टच करके हुण आपां पॉइंट P फाइंड करना जिहड़ा दोनों का की आ पॉइंट ऑफ कांटेक्ट आ। चलो हुण जिहड़ा P पॉइंट आ आपां सेक्शन फार्मूला अप्लाई करदे आ कि जिहड़ा P पॉइंट आ वो C1 ते C2 नूं एक्सटर्नली डिवाइड करदा इन दा रेशो 10:5 जो अपने को P पॉइंट आ इत्थे सेक्शन फार्मूला अप्लाई करदे आ। तुसीं सेक्शन फार्मूला पढ़िया होना लोअर क्लासेस च कि जिहड़ा P पॉइंट आ पॉइंट ऑफ P मैं की चूज किया पॉइंट ऑफ कांटेक्ट चूज कर लिया। P की कर रहा वा डिवाइड कर रहा C1 C2 नूं एक्सटर्नली इन रेशो 10:5 दैट इज 2:1। जो अपने को P पॉइंट आ वो एक्सटर्नली की कर रहा वा डिवाइड कर रहा C1 C2 नूं कितनी रेशो च 2:1 च। जे C1 के कोआर्डीनेट भी पता C2 के कोआर्डीनेट भी पता आपां P के कोआर्डीनेट फाइंड कर देंगे। चलो जे 2:1 च डिवाइड कर रहा दैन x की वैल्यू की आ जाएगी C के कोआर्डीनेट देख लियो C2 के कोआर्डीनेट देख लो C1 के भी लिखे इसे पर C2 के भी P की कर रहा एक्सटर्नली डिवाइड कर रहा देन बाय सेक्शन फार्मूला x की वैल्यू की आ जाएगी। हाँ मैं सेक्शन फार्मूला अप्लाई करता एक्सटर्नली आ रहा ठीक है 2 - 1। चलो x के कोऑर्डिनेट अपने को आ गए 2 - 3 + 3 कितना आ गया 5 आ गया एंड y के कोऑर्डिनेट की आ जाएंगे 2 × 2 -1 × -1 होगा 2 - 1 ये भी किया जाएगा 5 आ जाएगा। इसका मतलब पॉइंट ऑफ कांटेक्ट की आ गया अपने को देयरफॉर पॉइंट ऑफ कांटेक्ट की आ गया बाय सेक्शन फार्मूला को फाइंड कर लिया। पॉइंट ऑफ कांटेक्ट ये गया P पॉइंट की आ गया 5,5 इसका मतलब दोनों सर्कल किहड़े पॉइंट ते टच कर रहे हैं 5,5 ते टच कर रहे हैं। देन आपां की लिखना उन्हां दा कॉमन टेंजेंट लिखना। कॉमन टेंजेंट तुसीं किवें फाइंड कर सकते हो रेडिकल एक्सिस फाइंड कर लो। नैक्सट 1 ते 2 सबट्रैक्ट करा दो जे नहीं सबट्रैक्ट कराना पॉइंट आ गया दोनों सर्कल P पॉइंट ते टच कर रहे हैं मतलब P पॉइंट ते दोनों का की आ जाएगा कॉमन टेंजेंट आ जाएगा। P पॉइंट ते टेंजेंट ड्रॉ करोगे दोनों P पॉइंट ते टच कर रहे हैं मतलब जे P पॉइंट ते टेंजेंट ड्रॉ करोगे दोनों सर्कल्स नूं की करूगा टच करूगा। किसी भी एक सर्कल तो टेंजेंट इक्वेशन ऑफ टेंजेंट लिख दूं ठीक है। इक्वेशन ऑफ कॉमन टेंजेंट की आ जाएगी किसी भी सर्कल तो फाइंड करते हैं इक्वेशन ऑफ कॉमन टेंजेंट एट पॉइंट P 5,5 भावें फर्स्ट सर्कल तो फाइंड करते इक्वेशन ऑफ टेंजेंट भावें सेकंड सर्कल तो किहड़े पॉइंट ते 5,5 ते बिकॉज दोनों सर्कल 5,5 ते की कर रहे हैं टच कर रहे हैं। इसका मतलब जो 5,5 ते आपां टेंजेंट ड्रॉ करांगे वो दोनों सर्कल्स नूं की करूगा टच करूगा। चलो इक्वेशन ऑफ टेंजेंट देखते हो एट 5,5 फ्रॉम एनी सर्कल किसी भी सर्कल तो फाइंड कर सकते हैं। ਆਪਾਂ सर्कल फर्स्ट तो लिखना फर्स्ट तो लिख दो। चलो इक्वेशन ऑफ टेंजेंट तुसीं फाइंड करते हो मैं इक्वेशन ऑफ टेंजेंट लिख रही हूं डायरेक्ट कितने की आ रही अपने को की आ रही है इक्वेशन ऑफ टेंजेंट है
ਤੁਸੀਂ ਚਾਹੇ ਫਸਟ ਸਰਕਲ ਤੋਂ ਫਾਈਂਡ ਕਰ ਲਿਓ ਭਾਵੇਂ ਸੈਕੰਡ ਸਰਕਲ ਤੋਂ। ਚਲੋ ਇਹ ਹੋ ਗਿਆ ਇੰਟਰਨਲੀ ਟੱਚ ਕਰਕੇ ਐਂਡ ਪੁਆਇੰਟ ਆਫ ਕੰਟੈਕਟ ਵੀ ਆ ਗਿਆ, ਕਾਮਨ ਟੈਂਜੈਂਟ ਵੀ ਆ ਗਿਆ। ਹੁਣ ਇਹਨੂੰ ਇੱਕ ਕੁਐਸਚਨ ਕਰਨ ਦਾ ਹੋਰ ਵੇ ਆ, ਤੁਸੀਂ ਉੱਥੋਂ ਤੱਕ ਤਾਂ ਉਵੇਂ ਹੀ ਕਰ ਲੈਣਾ ਜਿੱਥੋਂ ਤੱਕ ਇੰਟਰਨਲੀ ਟੱਚ ਕਰ ਰਹੇ ਆ ਨਾ। ਜੇ ਤੁਹਾਨੂੰ ਸੈਕਸ਼ਨ ਫਾਰਮੂਲਾ ਨਹੀਂ ਪਤਾ ਲੱਗ ਰਿਹਾ, ਪਹਿਲਾਂ ਤੁਸੀਂ ਉਹ ਪ੍ਰੂਫ ਕਰ ਦਿਓ ਕਿ ਡਿਸਟੈਂਸ ਬਿਟਵੀਨ ਸੈਂਟਰ ਇਜ਼ ਡਿਫਰੈਂਸ ਆਫ ਰੇਡੀਅਸ ਆ ਰਿਹਾ ਨਾ, ਉੱਥੋਂ ਆਪਣੇ ਕੋਲ ਇੰਟਰਨਲੀ ਆ ਜਾਊਗਾ। ਬਾਅਦ 'ਚ ਤੁਸੀਂ ਜਿਹੜਾ ਆਪਾਂ ਪ੍ਰੀਵੀਅਸ ਕੁਐਸਚਨ ਕੀਤਾ ਸੀ ਉਹਦੇ ਤਰ੍ਹਾਂ ਕਰ ਸਕਦੇ ਹੋ। ਪਹਿਲਾਂ ਰੈਡੀਕਲ ਐਕਸਿਸ ਫਾਈਂਡ ਕਰ ਲਓ, ਕਿਸੇ ਸਰਕਲ ਨੂੰ ਟੱਚ ਕਰਾ ਦਿਓ, ਉੱਥੋਂ ਹੋ ਜਾਏਗਾ। ਠੀਕ ਆ, ਦੋ ਵੇ ਨੇ ਇਹਨੂੰ ਕਰਨ ਦੇ, ਜ਼ਰੂਰੀ ਨਹੀਂ ਤੁਸੀਂ ਇਸੇ ਵੇ ਨਾਲ ਕਰਨਾ, ਕਿਸੇ ਹੋਰ ਵੇ ਨਾਲ ਵੀ ਕਰ ਸਕਦੇ ਹੋ। ਠੀਕ ਆ, ਜਿਹੜਾ ਤੁਹਾਨੂੰ ਈਜ਼ੀ ਲੱਗਦਾ। ਇੱਕ ਆਪਾਂ ਐਕਸਟਰਨਲੀ ਵਾਲਾ ਕੁਐਸਚਨ ਕਰ ਲੈਂਦੇ ਹਾਂ। ਸ਼ੋ ਦੈਟ ਦਾ ਸਰਕਲਸ touch each other externally show that the circles touch each other externally। चलो थोड़ा ही क्वेश्चन करूंगा, बाकी अपने आप तुसी कर लियो। चलो तो फर्स्ट सर्कल का सेंटर मतलब कितना आ गया -1,4 एंड रेडियस कितना आ जाएगा 3 आ गया। एंड सेकंड सर्कल का सेंटर कितना आ गया -5,1 एंड रेडियस लिखोगे सेकंड सर्कल का कितना आ जाएगा 25 + 1 - 4 2 आ जाएगा। ठीक है, प्रूफ पाने दोनों सर्कल की कर रहे हैं एक्सटर्नली अपने को की कर रहा है टच कर रहे हैं। तो डिस्टेंस बिटवीन सेंटर पे ना फाइंड करते हैं, डिस्टेंस बिटवीन सेंटर पे तो दो सेंटर का डिस्टेंस फाइंड करते हैं -1 + 5 का स्क्वायर +4 - 1 का स्क्वायर। 3 + 4 कितना बन गया है 5 बन गया। C1 + C2 की डिस्टेंस कितनी आ गई 5 आ गई। ये किदे इक्वल आ रही है R1 + R2 दे इक्वल आ रही है। ये डिस्टेंस किदे इक्वल आ रही है C1 C2 की डिस्टेंस किदे इक्वल आ रही है डिस्टेंस बिटवीन सम ऑफ रेडियस। कितनी डिस्टेंस आई से C1 C2 च 5 वो किदे इक्वल आ गई R1 + R2 दे इक्वल आ गई। देयरफॉर जो सर्कल आओ की कर रहे अपने कोले एक्सटर्नली टच कर रहे हैं कि जो दोनों सर्कल आ अपने को की कर रहे हैं एक्सटर्नली टच कर रहे हैं। सपोज कर लो किहड़े पॉइंट से टच कर रहे हैं P पॉइंट पे। चलो एक दा सेंटर C1 सी, एक दा सेंटर कितना सी C2, एक दा रेडियस 3 सी, दूसरे दा रेडियस कितना सी 2 सी। ठीक है, अपने कोले देखो C1 C2 दे कोऑर्डिनेट भी पता वा की करके आ कंडीशन आ गई। इसका मतलब की है कि एक्सटर्नली टच कर। सपोज कर लो किहड़े पॉइंट पे टच कर रहे हैं P पॉइंट पे एंड सपोज कर लो P दे कोऑर्डिनेट की आ x, y। ਹੁਣ ਇਸ ਕੇਸ ਜੋ ਪੁਆਇੰਟ P ਆ ਉਹ ਕੀ ਕਰੂਗਾ C1 C2 ਨੂੰ ਡਿਵਾਈਡ ਕਰ ਰਿਹਾ ਇੰਟਰਨਲੀ। ਇਸ ਕੇਸ ਜਿਹੜਾ ਪੁਆਇੰਟ P ਆਇਆ ਕੀ ਕਰ ਰਿਹਾ ਦੋਨੋਂ C1 C2 ਦੋ ਪੁਆਇੰਟ ਆ C1 C2 ਨੂੰ ਕੀ ਕਰ ਰਿਹਾ ਜਿਹੜਾ P ਪੁਆਇੰਟ ਆ C1 C2 ਨੂੰ ਡਿਵਾਈਡ ਕਰ ਰਿਹਾ ਇਹਨੇ ਰੇਸ਼ੋ 3:2 ਚ। ਦੈਨ ਬਾਈ ਸੈਕਸ਼ਨ ਫਾਰਮੂਲਾ ਆਪਾਂ P ਦੇ ਕੋਆਰਡੀਨੇਟ ਫਾਈਂਡ ਕਰ ਸਕਦੇ ਆ ਬਿਕੋਜ਼ ਆਪਾਂ ਨੂੰ C1 C2 ਦੇ ਕੋਆਰਡੀਨੇਟ ਪਤਾ ਵਾ P ਦੇ ਕੋਆਰਡੀਨੇਟ फाइंड कर लो। चलो देन कोऑर्डिनेट की आएंगे x = 3, -1 3 * ये कोऑर्डिनेट हो गया -5 + 2 * -1/3 + 2। तो मैं लिख देना कि आगे -17/5 सेक्शन फार्मूला लगा लिया तुम 3 ये सॉल्व करके आ रहा अपने को 11/5 जेड़ा पॉइंट ऑफ कांटेक्ट है P वो अपने को कितना आ गया आ पॉइंट ऑफ कांटेक्ट। ये तुसी सेक्शन फार्मूला नहीं फाइंड करना, पहले रेडिकल एक्सिस फाइंड कर लो अपने को की आ जाएगी कॉमन टेंजेंट आ जाएगी। ठीक है, फिर बाद पहला रेडिकल एक्सिस फाइंड कर लियो, फिर प्रूफ करा दो किसी एक सर्कल में टच कर रही है
चलो जे एक सर्कल टच कर गई, दोनों पहले ही टच कर रहे हैं, मतलब दोनों सर्कल टच करूगी, अपने को कॉमन टेंजेंट भी आ जाएगा एंड पॉइंट ऑफ कंटैक्ट भी आ जाएगा। सो नैक्सट इतना कॉमन इक्वेशन लिखनी है टेंजेंट की, फिर पी पॉइंट की लिखते हैं इक्वेशन ऑफ कॉमन टेंजेंट लिखते हैं, पी पॉइंट की लिखते हैं इक्वेशन ऑफ कॉमन टेंजेंट। चलो हो जाएगा भी क्वेश्चन। तो नेक्स्ट आप क्या करते हैं, length of common chord of superficial is right angle to the find the verify that कितना हो गया। Next article, prove that radical axis of two circle is perpendicular to line joining their centers. Prove that radical axis of two circles is perpendicular to line joining their centers. Article 26 of book. Prove that radical axis is perpendicular to line joining their centers. चलो दो सर्कल्स गिवन ਆਪਾਂ ਨੂੰ, सब तो पहले उन्होंने रेडिकल एक्सिस फाइंड करनी है, प्रूफ करना। सब तो पहले फर्स्ट सर्कल का सेंटर, फर्स्ट सर्कल का सेंटर की आ गया -g1, -f1। सेकंड सर्कल का सेंटर कितना आ गया -g2, -f1। चलो की प्रूफ करना कि जो रेडिकल एक्सिस आ वो C1 C2 जो लाइन आ रही है वो की आ परपेंडिकुलर आ। प्रूव दैट रेडिकल एक्सिस इज परपेंडिकुलर टू लाइन ज्वाइनिंग देयर सेंटर। सो चलो इक्वेशन ऑफ रेडिकल एक्सिस लिखो। इक्वेशन ऑफ रेडिकल एक्सिस की आ रही है, दोनों सर्कल को सब्ट्रैक्ट करा दो, प्लस f1 माइनस f2y प्लस c1 माइनस c2 इज इक्वल टू 0। इक्वेशन ऑफ रेडिकल एक्सिस आ गई। तो नेक्स्ट आप की लिख सकते हैं हम प्रूफ करना कि रेडिकल एक्सिस c1 c2 तो जो लाइन आ रही है उन्होंने परपेंडिकुलर है। चलो यदि स्लोप कितनी आ गई, स्लोप ऑफ रेडिकल एक्सिस कितनी आ रही है, स्लोप ऑफ रेडिकल एक्सिस फाइंड कर दो कि देखिए स्लोप माइनस कोएफिशिएंट ऑफ x ओवर कोएफिशिएंट ऑफ y। माइनस 2 ना 2 कैंसिल हो जाना, ये अपने को की स्लोप आ गई, रेडिकल एक्सिस की स्लोप आ गई। चलो हुण आप स्लोप फाइंड करते हैं, स्लोप ऑफ लाइन ज्वाइनिंग C1 एंड C2। चलो पहले आप C1 C2 तो लाइन फाइंड कर ली, फिर स्लोप ऑफ लाइन C1 C2 फाइंड कर ली। इतो आप फाइंड कर दें स्लोप ऑफ लाइन C1 C2। C1 लाइन के पॉइंट्स पे C1 C2 तो लाइन ड्रा की, फिर C1 C2 की स्लोप फाइंड करती। चलो स्लोप फाइंड करो कितनी आ जाएगी f1 माइनस f2 ओवर g1 माइनस g2। दो पॉइंट्स अपन पता 2 पॉइंट्स आप स्लोप किमें फाइंड करते हैं, स्लोप फाइंड करते हैं ना। ਹੁਣ ਦੇਖੋਗੇ ਤੁਸੀਂ ਹੁਣ ਦੋਨਾਂ ਦੀ ਪ੍ਰੋਡਕਟ ਕਰਦੇ ਹੋ, ਪ੍ਰੋਡਕਟ ਆਫ ਸਲੋਪ ਇਤੋਂ ਪ੍ਰੋਡਕਟ ਆਫ ਸਲੋਪ ਕਿਹਦੇ ਇਕੁਅਲ ਆ ਰਹੀ ਆ -1। ਠੀਕ ਆ, ਇਹਨਾਂ ਦੋਨੋਂ ਸਲੋਪਸ ਨੂੰ ਪ੍ਰੋਡਕਟ ਕਰਦੇ ਹੋ, ਕੀ ਆ ਰਿਹਾ ਆਪਣੇ ਕੋਲੇ -1 ਆ ਰਿਹਾ। देयरफॉर कि जो रेडिकल एक्सिस है वो की आ रही है परपेंडिकुलर टू लाइन ज्वाइनिंग द सेंटर्स, बिकॉज प्रोडक्ट ऑफ स्लोप अपने को किहदे इक्वल आ गई -1 दे इक्वल आ गई। देयरफॉर रेडिकल एक्सिस की आ गई परपेंडिकुलर टू लाइन ज्वाइनिंग द सेंटर्स। चलो नेक्स्ट क्वेश्चन करते हैं रिलेटेड आप एक दो क्वेश्चन ही आए इस आर्टिकल के नाल।
find the length of common chord of circles. Find the length of common chord of circles. एक फर्स्ट सर्कल गिवन आपको, एक सेकंड सर्कल गिवन है. Find the length of common chord of circles. Verify that common chord is right angle to the line joining the center of circle. एक वेरीफाई करना, वेरीफाई द कॉमन कोड इज राइट एंगल टू द लाइन जॉइनिंग द सेंटर ऑफ सर्कल एंड लेंथ ऑफ कॉमन कोड. फाइंड द लेंथ ऑफ कॉमन कोड ऑफ दीज टू सर्कल्स एंड वेरीफाई दैट द कॉमन कोड इज राइट एंगल टू द लाइन जॉइनिंग द सेंटर्स ऑफ सर्कल. सब तो पहले दोनों सर्कल्स ਨੂੰ ਕੀ ਕਰਾ ਦੋ, ਸਬਟ੍ਰੈਕਟ ਕਰਾ ਦੋ. ਆਪਣੇ ਕੋਲ ਕੀ ਆ ਜੂਗੀ, ਇਕੁਏਸ਼ਨ ਆਫ ਰੈਡੀਕਲ ਐਕਸਿਸ ਆ ਜੂਗੀ. ਚਲੋ ਇਕੁਏਸ਼ਨ ਆਫ ਰੈਡੀਕਲ ਐਕਸਿਸ ਕੀ ਆ ਗਈ, plus 5 is equal to 0. Plus 5 है. चेक कर लियो हम की आ गया रेडिकल एक्सिस की इक्वेशन की आ गई 2x + 4y 2 चो 1 सबट्रैक्ट किया 1 +5 आ गया. अपने को की आ गई इक्वेशन ऑफ रेडिकल एक्सिस आ गई. चलो आप फाइंड करनी है लेंथ ऑफ कॉमन कोड फाइंड करनी है ना. यही अपने को की आ चुकी, आप पहले ही क्या होया कि जो रेडिकल एक्सिस आनी है वो अपने को की होनी है कॉमन कोड आनी है. कि जो रेडिकल एक्सिस आनी है वो अपने को की होनी है कॉमन कोड आनी है. ठीक है, इस तरह दोनों सर्कल की अपने को की बन जानी है कॉमन कोड बन जानी है. भावें शो करा लियो कि दोनों सर्कल में 2 पॉइंट से इंटरसैक्ट करोगे. जो तुसीं प्रूफ कराना होवे तुसीं चेक कर लियो कि फर्स्ट सर्कल भी 2 पॉइंट से इंटरसैक्ट कर रही है, सैकंड सर्कल भी 2 पॉइंट से इंटरसैक्ट कर रही है. एंड हर जो पॉइंट आ रहा सेम आ रही है. ठीक है, इतों यह भी पता लग जाता कि जो रेडिकल एक्सिस एक सर्कल में इंटरसैक्ट कर गई उतों अपने को दोनों सर्कल के पॉइंट ऑफ इंटरसैक्शन भी फाइंड हो जाएंगे. किसी एक सर्कल में इंटरसैक्ट कर गई या दोनों सर्कल के पॉइंट ऑफ इंटरसैक्शन भी फाइंड हो जाएंगे. चलो एक आप लेंथ फाइंड करनी है, एक प्रूफ करना ये दोनों सर्कल के सेंटर से की है परपेंडिकुलर है. पहले तो जी स्लोप फाइंड करो. स्लोप की आई है अपने को की आई है रेडिकल एक्सिस आई है. स्लोप ऑफ रेडिकल एक्सिस कितनी आ रही है अपने को -1/2 आ रही है. फर्स्ट सर्कल का सेंटर कितना है 0 0 और सेकंड सर्कल का सेंटर कितना 1,2 है. चलो स्लोप ऑफ C1 C2 कितनी आ रही है 2/1 आ रही है. चलो प्रोडक्ट ऑफ स्लोप इन्हां दोनों की प्रोडक्ट कितनी आ रही है, प्रोडक्ट ऑफ स्लोप की इक्वल आ रही है -1 दे. देयरफॉर जो अपने को कॉमन कोड आ यही अपने को कॉमन कोड बननी. जो रेडिकल एक्सिस है यही अपने को की बननी है कॉमन कोड बननी है. याद रखियो भावें तुसीं प्रूफ करा लो कि दोनों सर्कल में की करूगी सेम पॉइंट से इंटरसैक्ट करूगी. देखो ऑलरेडी प्रूफ हो चुके, इसे करके मैं नहीं कर रहा है. तुसीं प्रूफ करने कर लियो. रेडिकल एक्सिस कॉमन कोड की स्लोप फाइंड की है ना C1 C2 की स्लोप फाइंड की. प्रोडक्ट ऑफ स्लोप कितनी आ गई -1. देयरफॉर दोनों की कर जाएंगे अपने को परपेंडिकुलर हो जाएंगे. नेक्स्ट आप फाइंड करेंगे लेंथ ऑफ कॉमन कोड फाइंड करनी है. लेंथ ऑफ कॉमन कोड किवें फाइंड करांगे. चलो देखो लेंथ किवें फाइंड होगी. किसी दोनों की कॉमन कोड है कोई भी सर्कल सपोज कर लो जो तुम्हें ईजी लग रहा हो सर्कल सपोज करो. चलो सपोज कर लो अपने को कोड आ गई कि आ गई 2x + 4y + 5 = 0. ये कॉमन कोड है दोनों सर्कल की. ਇਹਦਾ मतलब किसी एक सर्कल की भी कॉमन कोड होगी. चलो आप सर्कल फर्स्ट ले लेंगे. आ सर्कल फर्स्ट का सेंटर पे आ 0 0. हुण आप लेंथ फाइंड करनी. सपोज कर लो जी लेंथ कितनी है AB है. सपोज कर लो लेंथ कितनी है AB है. आ फर्स्ट सर्कल का सेंटर पे है. सिमिलरली सैकंड सर्कल से होगा ड्रॉ करना कर लियो. हुण आप पता कि आप सर्कल के सेंटर तो
ਜੇ ਪਰਪੈਂਡੀਕੂਲਰ ਡਰਾ ਕਰਾਂਗੇ ਉਹਨੇ ਕੋਡ ਨੂੰ ਕਿੰਨੇ ਪਾਰਟਸ 'ਚ ਬ੍ਰੇਕ ਕਰਨਾ 2 ਪਾਰਟਸ 'ਚ ਬ੍ਰੇਕ ਕਰਨਾ। ਚਲੋ C1 ਤੋਂ ਪਰਪੈਂਡੀਕੂਲਰ ਡਰਾ ਕੀਤਾ, M ਆਪਣੇ ਕੋਲ ਕੀ ਆ ਗਿਆ ਫੁੱਟ ਆਫ ਪਰਪੈਂਡੀਕੂਲਰ ਆ ਗਿਆ ਨਾ। ਇਹ ਪਤਾ ਕਿ ਜਿਹੜਾ M ਆ ਉਹ AB ਦਾ ਕੀ ਹੋਊਗਾ ਮਿਡ ਪੁਆਇੰਟ ਹੋਊਗਾ, M ਆ AB ਦਾ ਕੀ ਹੋਊਗਾ ਮਿਡ ਪੁਆਇੰਟ ਹੋਊਗਾ। ਆ ਆਪਾਂ ਨੂੰ ਪਤਾ ਸਰਕਲ ਦਾ, ਸਰਕਲ ਦੇ ਸੈਂਟਰ ਤੋਂ ਸਰਕਲ ਦੇ ਕਿਸੇ ਪੁਆਇੰਟ ਨੂੰ ਜੁਆਇਨ ਕਰਾਂਗੇ ਉਹ ਕੀ ਬਣਨਾ ਰੇਡੀਅਸ ਬਣ ਜਾਣਾ ਫਸਟ ਸਰਕਲ ਦਾ। ਕਿੰਨਾ ਅੱਗੇ ਬਣਾ 4 ਅੱਗੇ ਬਣਾਣਾ, ਸੌਰੀ 2 ਅੱਗੇ ਬਣਾ, ਰੇਡੀਅਸ ਕਿੰਨਾ ਆ ਰਿਹਾ 2 ਆ ਰਿਹਾ। ਚਲੋ ਆਹ ਡਿਸਟੈਂਸ ਪਤਾ, ਆ ਮੈਂ C ਸੈਂਟਰ ਤੋਂ ਪਰਪੈਂਡੀਕੂਲਰ ਡਿਸਟੈਂਸ ਫਾਈਂਡ ਕਰ ਲੈਣਾ। ਆਪਣੇ ਕੋਲ ਕੀ ਆ ਜਾਏਗਾ AM ਆ ਜਾਊਗਾ। ਚਲੋ AM ਕਿਹਦੇ ਇਕੁਅਲ ਆਏਗਾ, ਜਿਹੜਾ AB ਆ ਤਾਂ ਪਹਿਲਾਂ ਲਿਖੋ ਇਥੋਂ AB ਕੀ ਆ ਗਿਆ AB is equal to 2 टाइम AM आ गया बिकॉज M ਉਹਦਾ ਕੀ ਹੋਣਾ ਮਿਡ ਪੁਆਇੰਟ ਹੁੰਦਾ ਨਾ। ਸਰਕਲ ਦੇ ਸੈਂਟਰ ਤੋਂ ਕੋਡ ਤੇ ਪਰਪੈਂਡੀਕੂਲਰ ਡਿਸਟੈਂਸ ਡਰਾ ਕਰੂੰਗੀ, ਉਹਨੇ ਕੋਡ ਨੂੰ ਕਿੰਨੇ ਪਾਰਟਸ ਡਿਵਾਈਡ ਕਰਨਾ 2 ਪਾਰਟਸ 'ਚ। ਆ ਆਪਣੇ ਕੋਲ ਰਾਈਟ ਐਂਗਲ ਟ੍ਰਾਇੰਗਲ ਆ ਰਹੀ ਆ। ਚਲੋ AM ਕਿਹਦੇ ਇਕੁਅਲ ਆ ਰਿਹਾ ਵਾ C1 ਨੇ, ਉਹ ਕੀ ਆ ਰੇਡੀਅਸ ਮਾਈਨਸ C1A ਦਾ ਸਕੁਅਰ ਮਾਈਨਸ C1M ਦਾ ਸਕੁਅਰ। C1A ਦਾ ਸਕੁਅਰ, C1 ਕੀ ਆ C1A ਕੀ ਆ ਰੇਡੀਅਸ, ਰੇਡੀਅਸ ਕਿੰਨਾ ਵਾ 2 ਦਾ ਸਕੁਅਰ ਕੀਤਾ ਕੀ ਆ ਗਿਆ 4 ਬਣ ਗਿਆ। C1M ਫਾਈਂਡ ਕਰਨਾ ਪੈਣਾ, C1M ਫਾਈਂਡ ਕਰ ਲਓ ਕੀ ਹੋਊਗਾ। ਆਪਾਂ C1M ਫਾਈਂਡ ਕਰਦੇ ਆ। ਸੈਂਟਰ ਤੋਂ ਲਾਈਨ ਦੀ ਪਰਪੈਂਡੀਕੂਲਰ ਡਿਸਟੈਂਸ, ਸੈਂਟਰ ਕਿੰਨਾ 0 0 0 plus 0 plus 5 over coefficient of x square plus coefficient of y square कितनी आ जाएगी 5 by under root 20 बन गई। कितनी डिस्टेंस बन गई 5 by under root 20। इतने पुट कर दो कितना आ गया 25 by 20। C1M की पहली पुट करती, इनू सॉल्व कर लो। सॉल्व हो गई की आ जाएगा ये अपने को जो आंसर आ गया लिख जो अंडर रूट 11 वगैरह आ रहा है चेक कर लियो। मैं आंसर देख के लिखता बुक तो कि अंडर रूट 11 आया। तो ये आप इस तरह आप की फाइंड कर लेनी है लेंथ ऑफ कॉमन कोड फाइंड कर लेंगे। चलो कल आप करेंगे रेडिकल सेंटर। जो कोई आर्टिकल मैं लीव करना तो आप कर लिया करो, आर्टिकल कोई नहीं छड़ना क्योंकि सारे क्वेश्चन ही आर्टिकल नाल रिलेटेड ने। पहला आर्टिकल करोगे फिर ही क्वेश्चन होंगे। चलो बाकी आप कल करेंगे।